ਤੁਹਾਡੇ ਬਾਰੇ ਜਦੋਂ ਨੇ ਕਿਹਾ ਕਿ ਸਪਲੀਮੈਂਟਰੀ 'ਚ ਇਹਨਾਂ ਦਾ ਨਾਂ ਹੈਗਾ ਤੇ ਅਸੀਂ ਇਹਨਾਂ ਨੂੰ ਦੇਖ ਰਹੇ ਹਾਂ, ਉਹ ਆਉਣਗੇ, ਉਹ ਆ ਕੇ ਦੇਖਣਗੇ, ਅਸੀਂ ਉਹਨਾਂ ਨੂੰ ਇਨਵੈਸਟੀਗੇਟ ਕਰਾਂਗੇ, ਉਹ ਪੇਸ਼ ਹੋ ਜਾਣ, ਸਾਨੂੰ ਇਹਨਾਂ ਨਾਲ ਐਤਰਾਜ਼ ਹੈਗਾ, ਤੇ ਤੁਸੀਂ ਪੇਸ਼ ਹੋ ਗਏ। ਸਰ ਮੈਂ ਹੁਣ ਆ ਗਿਆ ਨਾ, ਤੁਸੀਂ ਇਹਦੇ ਵਿੱਚ ਇੰਨਾ ਅਰਸਾ ਗਾਇਬ ਕਿਉਂ ਰਹੇ? ਸਰ ਉਹ ਜੀ ਗੁਜ਼ਾਰਿਸ਼ ਹੈਗੀ ਜਿਹੜੀ ਮੈਂ ਆਪਣੀ GATI ਦੇ ਵਿੱਚ ਵੀ ਦੱਸਿਆ, ਉਹਨਾਂ ਨੇ ਮੈਨੂੰ ਸਵਾਲ ਕੀਤਾ, ਤੁਸੀਂ ਇੱਥੇ ਦੇਖ ਲਓ ਐਸ ਹੋ ਕੇ ਮੇਰੀ ਬੇਗੁਨਾਹੀ ਕੀ ਹੋ ਸਕਦੀ ਹੈ। ਹਾਂ ਕਿ DIG ਰੈਂਕ ਜਿਹਦੇ ਤਫਤੀਸ਼ ਕਰ ਰਹੇ ਨੇ, ਉਹੀ ਤੁਹਾਨੂੰ ਕਹਿ ਰਹੇ ਤੁਸੀਂ ਸਵਾਲ ਕਰ ਰਹੇ, ਮੈਂ ਤੁਹਾਡੀ ਗੱਲ ਨੂੰ ਕਰਨਾ ਪਿਆ, ਸੈਕਿੰਡ ਕਰਨਾ ਪਿਆ ਅੱਗੇ। ਉਹੀ ਕਹਿ ਰਹੇ ਨੇ ਕਿ ਗੋਗੀ ਬੱਟ ਕਿਤੇ ਵੀ ਨਹੀਂ ਨਜ਼ਰ ਆਇਆ ਸਾਨੂੰ, ਕਿਸੇ ਦੂਰ ਪੀਨਾ ਲਾ ਕੇ ਵੀ ਦੇਖਣ ਡਿਆ, ਜਿੱਡੀ ਤੁਹਾਨੂੰ ਪਤਾ ਉਹਨਾਂ ਨੇ ਤਫਤੀਸ਼ ਕੀਤੀ ਹੈ ਗਹਿਰੀ। ਹਾਂ ਤੇ ਬੜੇ ਅੱਛੇ ਆਫੀਸਰ ਨੇ। ਇਸ ਤਰ੍ਹਾਂ ਹੀ ਮੈਂ ਇੱਕ ਉਹਨਾਂ ਦਾ ਦੇਖਿਆ, ਇੱਕ ਮੈਂ ਆਫਤਾਬ ਫੁੱਲਰਵਾਨ ਦਾ, ਕਿਸੇ ਨੇ ਮੇਰਾ ਰੋਲ, ਉਹਨਾਂ ਨੇ ਕਿਹਾ ਜੀ ਉਹਦਾ ਕੋਈ ਰੋਲ ਨਹੀਂ ਨਿਕਲਿਆ, ਉਹਦਾ ਕੁਛ ਨਹੀਂ। ਹੁਣ ਤੇ ਦੇਖੋ ਉਹਨਾਂ ਨੇ ਚੱਪਾ ਇੰਟੈਰੋਗੇਟ ਕੀਤਾ ਉਸ ਕੰਮ ਨੂੰ। ਉਹਨਾਂ ਨੇ ਪਹਿਲੇ ਦਿਨ ਮੇਰੀ ਵੀ ਵੱਲ ਨਿਕਟ ਦੇਖੀ ਹੈ, ਇਹ ਵਕੂਵੇ ਤਿਕਰ ਇੱਥੋਂ ਅਗਰ ਮੈਂ ਜਾਣਿਆ ਤਾਂ ਮੈਂ ਬੁਰਹਾ ਪਾ ਕੇ ਤੇ ਨਹੀਂ ਗਿਆ, ਕਿਤੇ ਨਾ ਕਿਤੇ ਤਾਂ ਮੈਂ ਨਜ਼ਰ ਆਵਾਂਗਾ। ਇੰਨੇ 40-50 ਕੈਮਰਿਆਂ 'ਚ ਮੈਂ ਜਾ ਰਿਹਾ ਆ ਰਿਹਾ, ਕਿਤੇ ਨਹੀਂ ਮੈਂ ਦਿਖਾਈ ਦਿੱਤਾ, ਨਾ ਮੈਂ ਵਕੂਵੇ ਤੇ ਦੇਣਾ। ਇੱਕ ਫੇਕ ਆਦਮੀ ਨੂੰ ਖਿਲਾਰ ਕੇ ਕਿਹਾ ਜਾਂਦਾ ਜੀ ਅਸੀਂ ਉੱਥੇ ਖਲੋਤੇ ਹਾਂ, ਗੱਡੀ ਆਉਂ ਖੁੱਲੀ ਹੈ, ਉਹਦੇ ਵਿੱਚ ਗੋਗੀ ਬੱਟ ਪਿਛਲੀ ਸੀਟ 'ਤੇ ਬੈਠਾ ਹੈ, ਸੀ ਲੈਟ ਦੇ ਵਿੱਚ ਮੈਂ ਦੇਖਿਆ। ਇਹ ਮੇਰਾ ਰੋਲ ਹੈ ਪਾਉਂਦੇ ਨੇ ਇਤੀਮੇ ਮੇ ਬਿਆਨ 'ਚ। ਮੇਰਾ ਰੋਲ ਕੀ ਹੈ ਕਿ ਇਸ ਤਰ੍ਹਾਂ ਇਸੀ ਗੱਡੀ ਦੇ ਕੋਲ ਖਲੋਤੇ ਹੋਏ ਆ ਜਿਹੜੇ ਫੇਕ ਇਸ਼ਾਤੀ ਬਣਾਇਆ ਗਿਆ। ਮੈਂ ਵੀ ਉੱਥੇ ਆਪਣੇ ਮਾਲਕ ਨਾਲ ਗਿਆ, ਇਸੀ ਇਸ ਤਰ੍ਹਾਂ ਖਲੋਤਿਆਂ ਦੇ ਨਾਲ ਪਾਰਕਿੰਗ ਜੀ ਕੀ ਗੱਡੀ ਖਲੋਤੀ ਸੀ, ਇਸ ਤਰ੍ਹਾਂ 2 ਬੰਦੇ ਆਉਂਦੇ ਨੇ, ਉਹ ਕਹਿੰਦੇ ਜੀ ਅਸੀਂ ਫਲਾਣੇ ਨੂੰ ਮਾਰ ਦਿੱਤਾ। ਇਹਦੇ ਵਿੱਚ ਫਿਰ ਕਹਿੰਦੇ ਵੀ ਨਾ ਤਿਫੀ ਬੱਟ ਨੇ ਕੋਈ ਜਵਾਬ ਦਿੱਤਾ ਨਾ ਮੈਂ, ਜੋ ਲਿਖਿਆ ਉਸਲੇ ਜਿਹੜਾ ਉਹਨਾਂ ਨੇ ਤਮੀਮੇ ਬਿਆਨ 'ਚ ਮੇਰੇ 'ਤੇ ਜਿਹੜਾ ਇਲਜ਼ਾਮ ਮੇਰੇ 'ਤੇ, ਮੈਂ ਤਾਂ ਆਪਣੀ ਗੱਲ ਹੀ ਕਰਾਂ ਜੀ, ਆਪਣੀ ਕਰੋ। ਉਹਨਾਂ ਨੇ ਕਿਹਾ ਜੀ ਸੀ ਉਹ ਗੱਡੀ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਗੋਗੀ ਬੱਟ ਸੀ ਦੇਖਿਆ ਉਹਦੀ ਰੋਸ਼ਨੀ ਦੇ ਵਿੱਚ, ਗੱਡੀ ਦੀ ਲਾਈਟ ਦੇ ਵਿੱਚ, ਕਿ ਗੋਗੀ ਬੱਟ ਪਿਛਲੀ ਸੀਟ 'ਤੇ ਬੈਠਾ ਹੈ, ਤਿਫੀ ਬੱਟ ਅੱਗੇ ਬੈਠੇ, ਠੀਕ ਹੈ ਜੀ। ਉਹਦੇ ਵਿੱਚ ਨਾ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਕੀ ਕਰਨ ਡਿਆ ਸਾਂ, ਮੈਂ ਕਿਹਨੂੰ ਕੀ ਕਿਹਾ, ਕੋਈ ਰੋਲ ਨਹੀਂ ਗਾ। ਫਿਰ ਸਰ ਇਸੀ ਆ ਜਾਂਦੇ ਅੱਗੇ ਆ ਜਾਓ, ਇਹ ਸਰ ਹੋ ਗਿਆ ਮੇਰਾ। ਉਹਨਾਂ ਨੇ ਇੱਕ ਚੱਪੇ ਦੀ ਤਫਤੀਸ਼ ਉਹ ਟੀਮ ਨੇ ਕੀਤੀ ਹੈ, ਉਹਨਾਂ ਨੇ ਮੁਲਜ਼ਮ ਵੀ ਫੜੇ ਜਿਹੜੇ ਕਿ ਵਕੂਵੇ 'ਚ ਗਏ ਸੀ, ਜਿਸ ਤਰ੍ਹਾਂ ਵੀ ਉਹਨਾਂ ਨੇ ਜੀ ਇਸ ਤਰ੍ਹਾਂ ਹੀ ਹਰ ਚੀਜ਼। ਬਿਲਾਵਲ ਸਾਹਿਬ ਸਨ, ਉਹਨਾਂ ਨੂੰ ਉਹ ਬਾਹਰੋਂ ਲੈ ਕੇ ਆਏ ਨੇ ਜੀ, ਜਿੱਥੋਂ ਵੀ ਉਹਨਾਂ ਨੇ ਜੋ ਵੀ ਕੀਤਾ ਉਹਨਾਂ ਨੇ। ਮੇਰਾ ਰਾਬਤਾ ਨਹੀਂ ਰਿਹਾ, ਮੈਂ ਗਾਇਬ ਸਾਂ ਮੰਜ਼ਰ ਤੋਂ, ਠੀਕ ਹੈ, ਮੇਰਾ ਨਾ ਰਾਬਤਾ ਰਿਹਾ ਤੇ ਨਾ ਮੈਂ ਐਡਾ ਕਿਸੇ ਨੂੰ। ਤੁਸੀਂ ਇਹ 1.5 ਸਾਲ 'ਚ ਕਿਉਂ ਗਾਇਬ ਕਿਉਂ ਹੋ ਗਏ, ਕੀ ਵਜ੍ਹਾ? ਸਰ ਮੈਂ ਉਹ ਵੀ ਤੁਹਾਨੂੰ ਦੱਸਣਾ ਜਨਾਬ, ਇਹ ਜਦੋਂ ਮਰਡਰ ਹੁੰਦਾ ਹੈ ਇਹਨਾਂ ਦੀਆਂ ਤੇਜ਼ੀਆਂ ਵੱਧਦੀਆਂ ਸੀ, ਗੋਗੀ ਬੱਟ ਨੂੰ ਵੀ ਨਹੀਂ ਛੱਡਣਾ, ਠੀਕ ਹੈ ਨਾ। ਜਿਸ ਲਈ ਇਹਨਾਂ ਪਤਾ ਚੱਲਦਾ ਕਿ ਤਿਫੀ ਬੱਟ ਸਾਹਿਬ ਬਰੂਨ ਬਾਹਰ ਗਏ ਤੇ ਮੈਂ ਇੱਥੇ, ਇਹ ਮੇਰੇ ਖਿਲਾਫ ਪਲਾਨ ਤੇ ਮਾਰਨ ਦੀਆਂ ਗੱਲਾਂ ਤੇ ਕੋਸ਼ਿਸ਼ਾਂ ਸ਼ੁਰੂ ਕਰ ਦਿੰਦੇ, ਤੁਹਾਨੂੰ ਮਾਰਨ ਦੀਆਂ ਜੀ। ਉਹਦੇ ਵਿੱਚ ਮੈਂ GIT ਨੂੰ, ਇਹ ਪੁਲਿਸ ਦੀ ਗੱਲ ਕਰ ਰਹੇ ਤੁਸੀਂ ਜੀ? ਪੁਲਿਸ ਤੁਹਾਨੂੰ ਮਾਰਨ ਦੀ? ਨਹੀਂ, ਮੁਖਾਲਫ ਜੀ, ਠੀਕ ਹੈ। ਜਿਸ ਲਈ ਇਹਨਾਂ ਪਤਾ ਚੱਲਦਾ ਤਿਫੀ ਬੱਟ ਸਾਹਿਬ ਬਾਹਰ ਨੇ, ਮੈਂ ਪਾਕਿਸਤਾਨ 'ਚ, ਇਹ ਮੇਰੇ ਪਿੱਛੇ ਲੱਗਦੇ ਨੇ, ਮਨ ਨੂੰ ਕਹਿੰਦੇ ਨੇ ਕਿ ਅਸੀਂ ਇਹਨੂੰ ਨਹੀਂ ਛੱਡਣਾ, ਠੀਕ ਹੈ ਜੀ। ਮੁਦਈ ਜਿਹੜੇ ਮੇਰੇ ਕੋਲ ਸਬੂਤ ਨੇ, ਇਹ ਕੀ ਕਰਦੇ ਨੇ, ਜਿਨ੍ਹਾਂ ਨੇ ਜਵੇਦ ਸਾਹਿਬ ਸਾਡੇ ਬਨੋਈ ਦਾ ਮਰਡਰ ਇਹਨਾਂ ਨੂੰ ਕਰਵਾਇਆ, ਜਿਨ੍ਹਾਂ ਕੋਲੋਂ, ਉਹੀ ਬੰਦਿਆਂ ਨੂੰ ਇਹ ਰੱਖਦੇ ਨੇ ਮੇਰੇ ਵਾਸਤੇ। MEO ਕਾਲਜ ਦੇ ਨਾਲ ਰਵਾਜ਼ ਗਾਰਡਨ ਹੈ, ਉੱਥੇ ਮੈਂ GATI ਦੇ SP ਸਾਹਿਬ ਨੂੰ ਕਿਹਾ ਤੁਸੀਂ ਅਗਰ ਫੜ ਲਵੋ ਤਾਂ ਹੁਣ ਵੀ ਤੁਹਾਨੂੰ ਪਤਾ ਚੱਲ ਜਾਏਗਾ ਕਿ ਮੇਰੇ ਲੇਟ ਆਉਣ ਦੀ ਕੀ ਵਜ੍ਹਾ ਹੈਗੀ ਹੈ। ਮੈਂ DIG ਸਾਹਿਬ ਦੇ ਸਾਹਮਣੇ ਕਿਹਾ, ਮੈਂ ਕਿਹਾ ਸਰ ਜ਼ਸ਼ਾਨ ਸਾਹਿਬ ਜੀ, ਜ਼ਸ਼ਾਨ ਸਾਹਿਬ ਨਾਈਸ ਮੈਨ, ਮੈਂ ਉਹਨਾਂ ਦੇ ਸਾਹਮਣੇ ਕਿਹਾ ਜੀ ਕਿ ਇਹਨਾਂ ਨੂੰ ਕਹੋ ਕਿ ਹੁਣ ਵੀ ਉਹਨੂੰ ਫੜ ਲੈਣ ਤੇ ਤੁਹਾਨੂੰ ਪਤਾ ਚੱਲ ਜਾਏਗਾ ਕਿ ਮੇਰੇ ਲੇਟ ਦੀ ਕੀ ਵਜ੍ਹਾ ਬਣੀ। ਉਹ ਇਹਨਾਂ ਨੇ ਉੱਥੇ ਬਿਠਾ ਛੱਡੇ, ਉਹ ਸ਼ੀਸ਼ਨ ਦੇ ਨਾਲ ਇੱਕ ਹੀ ਸੜਕ ਬਣ ਗਈ ਕਿ ਫਿਰ ਇਹਨਾਂ ਨੇ ਇੱਕ ਵਕੀਲ 1-2 ਹਾਇਰ ਕੀਤੇ ਕਿ ਤੁਸੀਂ ਨਾ ਗੋਗੀ ਬੱਟ ਇੱਥੇ ਜਦੋਂ ਵੀ ਬੇਲ ਕਰਾਉਣ ਆਉਂਦਾ ਨਾ, ਤੁਸੀਂ ਸਾਨੂੰ ਦੱਸਣਾ ਕਿ ਬੇਲ ਵਾਸਤੇ ਆ ਗਿਆ। ਚਲ ਆਦਮੀ ਗੱਲ ਹੈ, ਬੇਲ ਵਾਸਤੇ 2-4 ਘੰਟੇ ਲੱਗਦੇ, ਇਹ ਜਦੋਂ ਬਾਹਰ ਨਿਕਲੇਗਾ ਨਾ ਤੇ CR 'ਤੇ ਹਮਲਾ ਕਰਾ, ਜਿਹੜੇ ਇਹਨਾਂ ਨੇ ਤਿਆਰੀ ਬਿਲਕੁਲ ਉਹਦੇ ਕੋਲ ਕਰਾ ਛੱਡੀ। ਮੈਂ ਅੱਜ ਵੀ ਕਹਿ ਕੇ ਇਹਨਾਂ ਨੂੰ, ਥੋੜ੍ਹੇ ਦਿਨ ਪਹਿਲੇ ਵੀ ਕਹਿ ਕੇ ਆਇਆ, GIT 'ਚ ਵੀ ਮੈਂ ਕਿਹਾ ਤੇ ਮੈਂ DIG ਸਾਹਿਬ ਦੇ ਸਾਹਮਣੇ ਕਿਹਾ, ਮੈਂ ਕਿਹਾ ਜੀ ਅਗਰ SP ਸਾਹਿਬ ਹੈ ਫੜ ਲੈਣ ਹੁਣ ਉਹਨਾਂ ਨੂੰ ਫੜ ਲਓ, ਕਿ ਉਹਨਾਂ ਕੋਲ ਯਾਰ ਤੁਸੀਂ ਮੇਰੀ ਤੁਹਾਨੂੰ ਗੱਲ ਦਾ ਪਤਾ ਚੱਲ ਜਾਏਗਾ ਲੇਟ ਆਉਣ ਦਾ। ਬੱਟ ਸਾਹਿਬ ਮੈਂ ਇੱਕ ਸਵਾਲ ਪੁੱਛਣਾ ਚਾਹ ਰਿਹਾ, ਸਾਰੀ ਗੱਲ ਦੇ ਵਿੱਚ ਤੁਹਾਡੀ ਗੱਲ ਤੋਂ ਨਿਕਲ ਰਹੀ ਹੈ ਕਿ ਤੁਹਾਡੇ 'ਤੇ ਹੀ ਕਿਉਂ ਕੀਤਾ ਜਾ ਰਿਹਾ ਹੈ, ਤਿਫੀ ਬੱਟ ਤੋਂ ਬਾਅਦ ਤੁਹਾਨੂੰ ਕਿਉਂ ਅਟੈਕ ਕੀਤਾ ਜਾ ਰਿਹਾ, ਕੀ ਵਜ੍ਹਾ ਉਹਦੀ ਤੁਹਾਨੂੰ ਕੀ ਨਜ਼ਰ ਆਉਂਦੀ ਹੈ? ਵਾਈ ਯੂ? ਸਰ ਜੈਲਸਪਨ ਮੈਂ ਤੁਹਾਡੇ ਕੋਲੋਂ ਜੀ, ਇਸ ਤਰ੍ਹਾਂ ਹੀ ਹੈ ਨਾ, ਸ਼ੁਰੂ ਤੋਂ ਹੀ ਇਹਨਾਂ ਨੂੰ ਨਸਲਦਾਰ ਨਸਲ ਨੂੰ ਜੈਲਸਪਨ ਦੀ ਕਰ ਰਿਹਾ ਨਾ ਸਰ। ਸਾਨੂੰ ਅੱਲਾਹ ਪਾਕ ਹੀ ਸਜਾ ਰਿਹਾ, ਸਾਨੂੰ ਅੱਲਾਹ ਪਾਕ ਇਸਤਾਨ ਸ਼ਰਮਾ ਸਾਡੀਆਂ ਰੱਖ ਰਿਹਾ, ਅੱਲਾਹ ਪਾਕ ਦੇ ਰਿਹਾ। ਹਰ ਪਰਚੇ ਤੁਸੀਂ ਦੇਖੋ ਮੈਂ ਬਰੀ ਹਾਂ, ਬਾਹਰੋਂ ਬਾਹਰ ਹੀ ਇਹਨਾਂ ਨੇ ਮੈਂ ਅੱਗੇ 2 ਆਪਣੀ ਫੈਮਿਲੀ ਦੇ ਕਰਾਏ, 2 'ਚ ਮੈਂ ਬਰੀ ਹਾਂ। ਦਾਦੇ ਦਾ ਤਾਂ ਪਰਚੇ ਨਹੀਂ ਗਾ ਸਾਡੇ ਖਾਨਦਾਨ 'ਚ ਕਿਸੇ ਉੱਤੇ, ਦਾਦੇ ਦਾ ਤੇ ਇਸ ਲਈ ਹਮਦਰਦੀ ਲੈਣ ਵਾਸਤੇ ਵਿੱਚ ਜੋੜਦੇ ਪਏ। 32 ਸਾਲੀ ਦੁਸ਼ਮਣੀ ਕਿੱਥੇ ਆ? ਤੁਹਾਨੂੰ ਆਪਣੀ ਨਜ਼ਰ 'ਚ ਕੁਛ ਨਾ, ਤੁਸੀਂ ਜਾਨ ਦੀਦਾ ਆਦਮੀ ਹੋ,
ਤੁਹਾਨੂੰ ਨਜ਼ਰ ਨਹੀਂ ਆਉਂਦਾ ਕਿ ਤੁਹਾਡਾ ਨਾਂ ਕਿਉਂ ਬਾਰ-ਬਾਰ ਆਉਂਦਾ ਵਿੱਚ? ਸਰਵਰ 'ਚ ਮੈਂ ਤੁਹਾਨੂੰ ਦੱਸਣਾ, ਕੋਈ ਸਮਝ ਨਹੀਂ ਆਉਂਦੀ ਤੁਹਾਨੂੰ ਕਿ ਇਹ ਆਪਣੇ ਗੁਨਾਹਾਂ ਤੋਂ ਪਰਦਾ ਪਾਉਂਦੇ ਪਏ ਨੇ, ਆਪਣੇ ਜੁਰਮ ਤੋਂ ਪਰਦਾ ਪਾਉਂਦੇ। ਇਹ ਹੁਣ ਕੀ ਕਹਿਣ ਕੇ ਨੀਫੇ ਬਾਬੇ ਨਾਲ ਸਾਡੀ ਦੁਸ਼ਮਣੀ ਨਹੀਂ ਕਹਿ ਰਹੇ, ਕੀ ਕਹਿ ਰਹੇ ਨੇ? ਤਿਫੀ ਬੜ ਗੋਗੀ ਬੜ ਨਾਲ ਸਾਡੀ ਦੁਸ਼ਮਣੀ। ਹੁਣ ਸਾਰੀ ਦੁਨੀਆ ਨੂੰ ਪਤਾ ਹੈ, ਅਕਲ ਦੇ ਅੰਨਿਆਂ ਨੂੰ ਵੀ ਪਤਾ ਹੈ, ਅੱਖਾਂ ਦੇ ਅੰਨਿਆਂ ਨੂੰ ਵੀ ਪਤਾ ਹੈ ਕਿ ਇਹਨਾਂ ਦੀ ਦੁਸ਼ਮਣੀ ਨੀਫੇ ਬਾਬੇ ਨਾਲ, ਉਸ ਗੁਵੇ ਦੀ, ਦਾਦੇ ਦੀ। ਹੁਣ ਉਹ ਇਹ ਦੱਸਣ ਤੇ ਫਿਰ ਇਹਨਾਂ ਦਾ ਪੂਰਾ ਪੋਲ ਖੁੱਲ੍ਹਦਾ ਹੈ ਕਿ ਇਹ ਕਿੱਡੇ ਜ਼ਾਲਮ ਨੇ। ਨੀਫੇ ਬਾਬੇ ਦੀ ਲੜਾਈ ਨਹੀਂ ਸੀ ਮੀਰੂਦੀਨ ਦੇ ਨਾਲ, ਉਹ ਲੜਾਈ ਸੀ ਬਿੱਲੇ ਦੀ ਜ਼ਾਤੀ। ਇਹ ਮੁੜ ਕੇ ਨੀਫੇ ਦੀ ਤੇਰੀ ਹੱਥੇ ਪਾਈ ਹੋ ਪੈਂਦੀ ਉਹ ਮੀਰੂ ਦੀ। ਇਹ ਘਰ ਆਉਂਦੇ ਨੇ, ਇਹ ਸਾਰੇ ਜਜ਼ਬਾਤੀ ਹੋ ਕੇ ਬਹਿ ਜਾਂਦੇ ਨੇ, ਬੰਦੂਕਾਂ ਰਾਈਫਲਾਂ ਕੱਢ ਲਓ, ਮੀਰੂਦੀਨ ਨੂੰ ਮਾਰ ਦੇਣਾ। ਇਹ ਉਹਦਾ ਪਲਾਨ ਕਰਦੇ ਨੇ। ਟੀਪੂ ਨਾਲ ਜਾਂਦਾ। ਇਹ ਜਿਹੜੀਆਂ ਪੁਰਾਣਾ ਇਹਨਾਂ ਦਾ ਮੈਂ ਕੇਸ ਹੁਣ ਵਾਲਦ ਦਾ ਦੱਸਣ ਲੱਗਾ। ਟੀਪੂ ਨਾਲ ਜਾਂਦਾ। ਹੁਣ ਦੂਰ ਦੂਰ ਕੇ ਨਾ ਸਾਡਾ ਨੀਫਾ ਵਾਕਫ ਤੇ ਨਾ ਸਾਡਾ ਬਾਬਾ ਵਾਕਫ ਤੇ ਨਾ ਸਾਡਾ ਇਹਨਾਂ ਨੇ ਕੋਈ ਲਵ, ਕੋਈ ਚੱਕਰ ਹੀ ਨਹੀਂ। ਦੂਰ ਦੂਰ ਆਪਣੇ ਆਪਣੇ ਰਸਤੇ। ਇਹਨਾਂ ਪਤਾ ਕਿ ਇੱਥੇ ਰਹਿੰਦੇ ਨੇ ਫਲਾਣੇ ਨਾਂ ਦੇ, ਇਹਨਾਂ ਨੂੰ ਪਤਾ ਅਸੀਂ ਇੱਥੇ ਰਹਿੰਦੇ। ਪਰ ਸਾਹਿਬ ਹੁਣ ਇਹ ਸਾਰੀਆਂ ਗੱਲਾਂ ਤੋਂ ਬਾਅਦ ਜਦੋਂ ਤੁਸੀਂ ਮੈਨੂੰ ਕਿਹਾ ਤੁਹਾਡਾ ਨਾਂ ਆਇਆ ਪਰਚੇ ਦੇ ਵਿੱਚ ਇਹਨਾਂ ਦੇ ਵਾਲਦ ਦੇ, ਯਾਨੀ ਕਿ ਟੀਪੂ ਭਲਵਾਨ ਦੇ, ਤਾਂ ਉਸ ਤੋਂ ਬਾਅਦ ਬਲਾਜ ਦਾ ਤੇ ਤੀਫੀ ਬੱਟ ਸਾਹਿਬ ਦਾ ਰਾਬਤਾ ਕਿਉਂ ਹੋਇਆ? ਉਹ ਕੀ ਵਜ੍ਹਾ ਬਣੀ? ਕਿਉਂ ਇਨ ਟੱਚ ਹੈਗੇ ਸਨ? ਜਦੋਂ ਨਾਂ ਪਰਚੇ 'ਚ ਤੁਹਾਡੇ ਨਾਂ ਸਨ, ਸਾਰਾ ਕੁਝ ਸੀ, ਤੁਹਾਡੇ ਖਿਲਾਫ ਪਰਚਾ ਸੀ, ਫਿਰ ਦੋਸਤੀ ਕਿਉਂ ਹੋਈ? ਕੀ ਵਜ੍ਹਾ ਸੀ? ਸਾਰਾ ਸ਼ਹਿਰ ਤੁਹਾਡੀ ਦੋਸਤੀ ਕਰਵਾਉਣਾ ਚਾਹੁੰਦਾ ਸੀ, ਲੇਕਿਨ ਅੰਦਰ ਖਾਤੇ ਤੁਸੀਂ ਗੱਲ ਕਰ ਰਹੇ। ਇਹ ਅੱਜ ਨਹੀਂ ਕਹਿਣਗੇ, ਐਨੇ ਉੱਥੇ ਬੱਟ ਸਾਹਿਬ ਨੂੰ ਕਿਹਾ ਸੀ ਕਿ ਮੇਰਾ ਵਾਲਦ ਗਲਤ ਸੀ। ਕਿੰਨੇ ਕਿਹਾ ਸੀ? ਐਨੇ ਕਿ ਉਹਨੇ ਕੋਈ ਲੈਣ, ਉਹਨੇ ਅਮੀਰ ਬਲਾਜ ਨੇ ਕਿਹਾ ਸੀ। ਹਾਂ, ਸਾਡੇ ਕੋਲੋਂ ਪੈਸੇ ਵੀ ਆ ਗਏ ਸੀ, ਉਹਨੇ ਲੈਣ ਨਹੀਂ ਛੱਡੀ। ਉਹ ਕਤਲੋ ਗਾਰਤਾਂ 'ਚ ਰਿਹਾ। ਇਹ ਗੱਲਾਂ ਸੀ ਤੇ ਮੈਂ ਸਲਾਹ ਚਾਹੁੰਦਾ। ਅੱਛਾ, ਬਲਾਜ ਨੇ ਕਿਹਾ ਕਿ ਮੈਂ ਸੁਲਾਹ ਚਾਹੁੰਦਾ। ਇਹਨੇ ਕਿਹਾ ਨਾ ਕਿ ਤੁਹਾਡਾ ਦੇਖੋ, ਜਿਸ ਤਰ੍ਹਾਂ ਇਹਨੇ ਕਿਹਾ ਜੀ ਮੇਰਾ ਉਹ ਲੱਖੋ ਡੇਰੀਆ ਵਾਲਿਆਂ ਦਾ ਜਾਂ ਦੂਸਰਿਆਂ ਦਾ ਕੋਈ ਤਲਕ ਨਹੀਂ ਸੀ, ਮੈਂ ਉਹਨਾਂ ਨਾਲ ਸਲਾਹ ਕਰ ਲਈ ਸੀ। ਮੇਰੇ ਵਾਲਦ ਨੇ ਗਲਤ ਕੀਤਾ ਹੋਇਆ ਸੀ। ਮੇਰੇ ਵਾਲਦ ਨੇ, ਇਹਦਾ ਬਿਆਨ ਹੈ ਇੱਕ ਰਿਕਾਰਡ, ਕਿ ਮੇਰੇ ਵਾਲਦ ਨੇ ਜਾਣ ਕੇ ਉਹਨਾਂ ਨੂੰ ਸਹੇਲ ਸ਼ੌਕਤ ਬੱਗੇ ਗਿਆ ਨੂੰ ਜਾਣ ਕੇ ਪਾਰਟੀ ਬਣਾਇਆ ਸੀ। ਉਹਨਾਂ ਦਾ ਰੋਲ ਨਹੀਂ ਸੀ। ਇਹਨੇ ਐਡਮਿਟ ਕੀਤਾ। ਇਹਦਾ ਮਤਲਬ ਮੈਂ ਕਹਿ ਸਕਣਾ ਕਿ ਬਲਾਜ ਸੁਲਾਹ ਚਾਹੁੰਦਾ ਸੀ ਤੇ ਉਹ ਸੁਲਾਹ ਕਰ ਬੈਠਾ ਸੀ ਬੱਟ ਸਾਹਿਬ ਦੇ ਨਾਲ, ਟੀਫੀ ਬੱਟ ਸਾਹਿਬ, ਲੇਕਿਨ ਉਹ ਮੁਨਾਫਕਤ ਕਰ ਰਿਹਾ ਸੀ। ਉਹ ਮੈਂ ਤੁਹਾਨੂੰ ਪਹਿਲਾਂ ਦੱਸ ਇਹ ਸਾਨੂੰ ਲਫ਼ਜ਼ ਉਹਨਾਂ ਨੇ ਕਹਿ ਕੇ ਨਾ ਉਹਨਾਂ ਨੇ ਮੁਨਾਫਕਤ ਕਰ ਰਿਹਾ ਸੀ। ਹੁਣ ਬੱਟ ਸਾਹਿਬ ਵੀ ਗੱਲ ਕਰ ਰਹੇ ਨੇ, ਬਲਾਜ ਵੀ ਗੱਲ ਕਰ ਰਿਹਾ, ਫੋਨ ਤੇ ਗੱਲਾਂ ਹੋ ਰਹੀਆਂ ਨੇ, ਤੇ ਮੈਂ ਸੁਣਿਆ ਘੰਟਾ ਗੱਲਾਂ ਹੋਈਆਂ ਨੇ। ਸਰ ਬੜਾ ਕੁਝ, ਬੜਾ ਪਿਆਰ ਸੀ ਇਹਨਾਂ ਦਾ ਆਪਸ ਵਿੱਚ। ਟੀਫੀ ਬੱਟ ਸਾਹਿਬ ਤੇ ਬਲਾਜ ਦਾ ਪਿਆਰ ਸੀ ਜੀ। ਇਹ ਸਾਰਾ ਸ਼ਹਿਰ ਤੁਹਾਡੀ ਸੁਲਾਹ ਕਰਾਉਣ ਨੂੰ ਫਿਰ ਰਿਹਾ ਸੀ ਤੇ ਉਧਰ ਪਿਆਰ ਪਿਆ ਸੀ। ਸਰ ਉਹ ਬਸ ਉਹ ਸਾਰਾ ਚੱਲਦਾ ਪਿਆ ਸੀ। ਖੁੱਲਿਆ ਕਿਉਂ ਨਹੀਂ ਹੈ? ਲੇਕਿਨ ਉਹਦੇ ਵਿੱਚ ਪਤਾ ਕੀ ਆ, ਇੱਕ ਬੰਦੇ ਦੇ ਅੰਦਰ ਮੈਲ ਹੋਵੇ, ਮੁਨਾਫਕਤ ਹੋਵੇ ਤੇ ਤੋੜ ਚੜ੍ਹਦੀ ਕੋਈ ਗੱਲ। ਹੁਣ ਉਹਦੇ 'ਚ ਮੁਨਾਫਕਤ ਦੀ ਮੈਂ ਤੁਹਾਨੂੰ ਮਿਸਾਲ ਦੇਣਾ। ਤੁਸੀਂ ਇੱਥੋਂ ਹੀ ਆਪ ਹਿਸਾਬ ਲਾ ਲਓ, ਸਾਰਾ ਸ਼ਹਿਰ ਹੈਗੇ ਹੋ ਤੁਸੀਂ, ਮੀਡੀਆ ਉਹ ਤੁਹਾਡੇ ਕੋਲ ਕੋਈ ਗੱਲ ਲੁਕਦੀ ਹੈ, ਤੁਸੀਂ ਇਸ ਗੱਲ ਦੇ ਅੰਦਰ ਜਾਓ, ਕੱਢ ਕੇ ਲਿਆਓ। ਮੈਂ ਬੈਠਾ ਹਾਂ, ਮੇਰੇ ਅੱਗੇ ਲਿਆ ਕੇ ਮੈਨੂੰ ਜ਼ਰੂਰ ਕਹੋਗੇ ਯਾਰ ਤੂੰ ਇਹ ਕਹਿੰਦਾ ਇਹ ਗੱਲ ਹੈਗੀ। ਹੁਣ ਮੈਂ ਤੁਹਾਨੂੰ ਇਹ ਦੱਸਣਾ, ਇਹਦਾ ਵਾਲਦ ਫੌਤ ਹੁੰਦਾ ਮੇਰਾ ਹਾਲੇ ਉਹਦੇ ਬਾਅਦ 25 ਜਾਂ 24 'ਚ ਕਤਲ ਹੁੰਦਾ, 14 ਸਾਲ ਬਾਅਦ ਇਹ ਮਰਡਰ ਹੁੰਦਾ। 14 ਸਾਲ ਦੇ ਵਿੱਚ ਕੋਈ ਵੀ ਬੰਦਾ ਵਿਧਾ ਝੂਠ ਨਾ ਬੋਲਣ ਤੇ ਕੱਢ ਕੇ ਲਿਆਓ ਕਿ ਯਾਰ ਇਹ ਜਿਹੜੀ ਬੱਟ ਖਾਨਦਾਨ ਹੈ, ਇਹਨਾਂ ਨੇ ਤੁਹਾਨੂੰ ਉਹਦੇ ਬਾਅਦ ਕੋਈ ਖੰਗੂਰਾ ਵੀ ਮਾਰਿਆ ਕਿਸੇ ਮਹਿਫਲ 'ਚ? ਇਹਨਾਂ ਨੇ ਕਿਹਾ ਟੀਪੂ ਦੇ ਬੱਚਿਆਂ ਨੇ ਸੀ ਨਹੀਂ ਛੱਡਣਾ ਜਾਂ ਸਾਡੀ ਉਹਨਾਂ ਨਾਲ ਦੁਸ਼ਮਣੀ? ਕੋਈ, ਮੈਂ ਤੁਹਾਨੂੰ ਕਹਿ ਰਿਹਾ ਕੋਈ ਸਬੂਤ ਨਹੀਂ ਹੋਏਗਾ। ਫੇਕ ਤੇ ਜਿਹੜਾ ਮਰਜ਼ੀ ਲੈ ਆਓ, ਕੋਈ ਨਹੀਂ, ਹਕੀਕਤ ਨਹੀਂ ਗੀ। ਕਿਉਂਕਿ 14 ਸਾਲ ਅਮਨ ਰਿਹਾ। ਸਰ ਅਮਨ ਰਿਹਾ ਨਾ, ਸੁਣ ਲਓ। ਹੁਣ ਕਿਸੇ ਦੇ ਅੰਦਰ ਮੁਨਾਫਕਤ ਕਿਹੜੀ ਸੀ? ਇਹਦੇ ਅੰਦਰ ਸੀ, ਮਰਨ ਵਾਲੇ ਦੇ।